ਬਹੁਤ ਸਾਰੇ ਐਡਵਰਟਾਈਜ਼ਮੈਂਟ ਦੇਖਦੇ ਆ ਕਿ ਫਲਾਣੀ ਜਗ੍ਹਾ ਤੇ ਇੰਨਾ ਡਿਸਕਾਊਂਟ ਮਿਲਦਾ ਪਿਆ, ਤੁਸੀਂ ਸਾਡੀ ਜਗ੍ਹਾ ਤੇ ਆ ਕੇ ਪੀਜ਼ਾ ਖਾ ਸਕਦੇ ਹੋ, 버ਗਰ ਖਾ ਸਕਦੇ ਹੋ। ਤੇ ਜਿਹੜੀ ਸਾਡੀ ਯੂਥ ਹੁੰਦੀ ਹੈ ਉਹ ਵੀ ਭੱਜੀ ਫਿਰਦੀ ਹੁੰਦੀ ਹੈ, ਇਹੋ ਜਿਹੀਆਂ ਥਾਵਾਂ ਤੇ ਜਾ ਕੇ ਬੈਠਦੀ ਹੈ ਤੇ ਖਾਂਦੀ ਪੀਂਦੀ ਵੀ ਹੈਗੀ ਹੈ। ਵਨਸ ਇਨ ਅ ਵਾਈਲ ਜੇ ਆਪਾਂ ਕਦੀ ਖਾਂਦੇ ਹਾਂ ਹਫਤੇ 'ਚ ਇੱਕ ਵਾਰੀ ਇੱਕ ਫਾਸਟ ਫੂਡ ਡਾਈਟ ਹਫਤੇ 'ਚ ਇੱਕ ਵਾਰੀ ਲੈਂਦੇ ਆ, ਦੈਟਸ ਪਰਫੈਕਟਲੀ ਓਕੇ ਫॉर ਦੀ ਬਾਡੀ। ਕਿ ਜੇ ਸਮਝ ਨਾ ਹੋਵੇ ਤਾਂ ਬੈਲੈਂਸ ਡਾਈਟ ਕੀ ਹੈ? ਕਾਰਬੋਹਾਈਡਰੇਟਸ, ਪ੍ਰੋਟੀਨਸ, ਫੈਟਸ ਇੱਕ ਸਹੀ ਮਾਤਰਾ 'ਚ ਆਪਾਂ ਲਈਏ। ਕੁਝ ਬੱਚੇ ਅੱਜ ਕੱਲ ਜਿਹੜੇ ਜਿਮ ਦੇ ਮਗਰ ਵੀ ਲੱਗੇ ਨੇ, ਉਹ ਕਦੀ ਕੀਟੋ ਡਾਈਟ ਤੇ ਸ਼ਿਫਟ ਹੋ ਜਾਂਦੇ ਨੇ, ਕਦੀ ਕਾਰਬ ਫ੍ਰੀ ਡਾਈਟ ਤੇ ਸ਼ਿਫਟ ਹੋ ਜਾਂਦੇ ਨੇ। ਇਹ ਚੀਜ਼ਾਂ ਨਾ ਚਪਾਤੀ ਲੈਣਗੇ, ਨਾ ਬ੍ਰੈਡ ਲੈਣਗੇ, ਨਾ ਕੋਈ ਫੈਟ ਲੈਣਗੇ, ਉਹਨਾਂ ਨੇ ਸਿਰਫ ਪ੍ਰੋਟੀਨਸ ਤੇ ਹੀ ਪੂਰਾ ਜ਼ੋਰ ਹੋਏਗਾ। ਔਰ ਉਹਦੇ 'ਚ ਪਾਣੀ ਕਾਫੀ ਜ਼ਿਆਦਾ ਪੀਣਾ ਪੈਂਦਾ। ਪਰ ਇਹ ਬੱਚੇ ਭੁੱਲ ਜਾਂਦੇ ਨੇ, ਨਾ ਇਹ ਨੌਲੇਜੇਬਲ ਹੁੰਦੇ ਨੇ ਕਿ ਜਿਹੜਾ ਇਹ ਕੀਟੋ ਡਾਈਟ ਹੈ ਇਹ ਕਿਡਨੀ ਤੇ ਬਾਕੀ ਚੀਜ਼ਾਂ ਤੇ ਕਿੰਨਾ ਜ਼ਿਆਦਾ ਅਸਰ ਪਾਉਂਦਾ। ਪੰਜੋ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਆਪਾਂ ਸਾਰਿਆਂ ਨੂੰ ਨਹੀਂ ਲੇਬਲ ਕਰ ਸਕਦੇ ਵੀ ਜਿਮ ਵਾਲੇ ਗਲਤ ਕਰ ਰਹੇ ਨੇ। ਕੁਝ ਐਸੇ ਵੀ ਜਿਮ ਵਾਲੇ ਤੱਤਵ ਹੈਗੇ ਨੇ ਜਿਨ੍ਹਾਂ ਦੀ ਕੋਈ ਫਾਰਮਲ ਟ੍ਰੇਨਿੰਗ ਹੈ ਨਹੀਂ, ਦੇਖਾ ਦੇਖੀ ਕੰਮ ਸਿੱਖੇ ਹੋਏ ਨੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਖੈਰ ਮਕਦਮ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ। ਹਮੇਸ਼ਾ ਦੀ ਤਰ੍ਹਾਂ ਤੁਹਾਡਾ ਇਸਤਕਬਾਲ ਕਰਦਾ। ਸੋਸ਼ਲ ਮੀਡੀਆ ਦੀ ਦੁਨੀਆ ਇਹੋ ਜਿਹੀ ਹੈਗੀ ਹੈ ਜਿੱਥੇ ਅਸੀਂ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਲੇਕਿਨ ਕਈ ਵਾਰੀ ਅਸੀਂ ਉਹਨਾਂ ਮੁੱਦਿਆਂ ਨੂੰ ਛੱਡ ਦਿੰਦੇ ਹਾਂ ਜਿਹੜੇ ਮੁੱਦਿਆਂ ਦੇ ਉੱਤੇ ਸਾਨੂੰ ਗੱਲ ਜ਼ਿਆਦਾ ਕਰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ, ਅਹਿਮ ਹੁੰਦੀ ਹੈ, ਲਾਜ਼ਮੀ ਹੁੰਦੀ ਹੈ। ਉਹ ਮੁੱਦੇ ਕਿਹੜੇ ਹੁੰਦੇ ਨੇ? ਉਹ ਮੁੱਦੇ ਹੁੰਦੇ ਨੇ ਤੁਹਾਡੀ ਸਿਹਤ ਦੇ ਨਾਲ ਜੁੜੇ ਹੋਏ। ਅਕਸਰ ਅਸੀਂ ਖਬਰਾਂ ਸੁਣਾਉਂਦੇ ਹੁੰਦੇ ਹਾਂ ਤੁਹਾਨੂੰ ਕਿ ਫਲਾਣਾ ਜਵਾਨ ਮੁੰਡਾ ਹਾਰਟ ਅਟੈਕ ਦਾ ਸ਼ਿਕਾਰ ਹੋ ਗਿਆ ਤੇ ਮਰ ਗਿਆ, ਲੇਕਿਨ ਅਸੀਂ ਕਦੀ ਉਹਨਾਂ ਦੀਆਂ ਜੜ੍ਹਾਂ ਨੂੰ ਖੰਗਾਲਣ ਦੀ ਕੋਸ਼ਿਸ਼ ਨਹੀਂ ਕੀਤੀ, ਜੱਦੋ-ਜਹਿਦ ਨਹੀਂ ਕੀਤੀ। ਉਹ ਜਿਹੜੇ ਆਸਪੈਕਟਸ ਹੁੰਦੇ ਨੇ ਜ਼ਿੰਦਗੀ ਦੇ ਜਿਨ੍ਹਾਂ ਦੇ ਉੱਤੇ ਝਾਤ ਮਾਰਨੀ ਚਾਹੀਦੀ ਹੈ, ਅਸੀਂ ਕਈ ਵਾਰ ਉਹਨਾਂ ਨੂੰ ਛੇੜਦੇ ਤੱਕ ਨਹੀਂ ਆ, ਉਹਨਾਂ ਦੇ ਵੱਲ ਨਿਗਾਹ ਤੱਕ ਨਹੀਂ ਮਾਰਦੇ। ਲੇਕਿਨ ਅੱਜ ਮੇਰੇ ਨਾਲ ਮੇਰਾ ਸਾਥ ਦੇਣਗੇ ਡਾਕਟਰ ਹਰਪਾਲ ਸਿੰਘ ਸੈਲੀ ਜੀ, ਜੋ ਕਿ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਐਂਡ ਯੂਨਿਟ ਹੈੱਡ ਨੇ ਡਿਪਾਰਟਮੈਂਟ ਆਫ ਆਰਥੋਪੈਡਿਕ ਸਰਜਰੀ DMC ਲੁਧਿਆਣਾ ਦੇ ਵਿੱਚ। ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਜਿਸ ਨੂੰ ਕੈਫੇ ਕਲਚਰ ਬਹੁਤ ਪਸੰਦ ਹੈਗਾ, ਜੋ ਕਿ 버ਗਰ, ਪੀਜ਼ਾ, ਹੋਰ ਵੀ ਕਈ ਫਾਸਟ ਫੂਡ ਜਾਂ ਇਸ ਤਰ੍ਹਾਂ ਦਾ ਜੋ ਖਾਣ ਪੀਣ ਹੈਗਾ ਉਹਦੇ ਵੱਲ ਜ਼ਿਆਦਾ ਉਹਨਾਂ ਦਾ ਅਟਰੈਕਸ਼ਨ ਹੈਗਾ, ਲੇਕਿਨ ਕੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਕੰਮ ਆਉਂਦੀਆਂ ਨੇ ਜਾਂ ਉਹਨਾਂ ਨੂੰ ਤੰਦਰੁਸਤ ਬਣਾਉਂਦੀਆਂ ਨੇ? ਸਰ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ। ਸਤਿ ਸ਼੍ਰੀ ਅਕਾਲ। ਮੈਂ ਸਰ ਸ਼ੁਰੂਆਤ ਕੀਤੀ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਬਹੁਤ ਸਾਰੇ ਐਡਵਰਟਾਈਜ਼ਮੈਂਟ ਦੇਖਦੇ ਆ ਕਿ ਫਲਾਣੀ ਜਗ੍ਹਾ ਤੇ ਇੰਨਾ ਡਿਸਕਾਊਂਟ ਮਿਲਦਾ ਪਿਆ, ਤੁਸੀਂ ਸਾਡੀ ਜਗ੍ਹਾ ਤੇ ਆ ਕੇ ਪੀਜ਼ਾ ਖਾ ਸਕਦੇ ਹੋ, 버ਗਰ ਖਾ ਸਕਦੇ ਹੋ। ਤੇ ਜਿਹੜੀ ਸਾਡੀ ਯੂਥ ਹੁੰਦੀ ਹੈ ਉਹ ਵੀ ਭੱਜੀ ਫਿਰਦੀ ਹੁੰਦੀ ਹੈ, ਇਹੋ ਜਿਹੀਆਂ ਥਾਵਾਂ ਤੇ ਜਾ ਕੇ ਬੈਠਦੀ ਹੈ ਤੇ ਖਾਂਦੀ ਪੀਂਦੀ ਵੀ ਹੈਗੀ ਹੈ। ਲੇਕਿਨ ਕਿਤੇ ਨਾ ਕਿਤੇ ਸ਼ਾਇਦ ਅਣਜਾਣਪੁਣਾ ਹੈਗਾ ਇਹਨਾਂ ਦੇ ਜਿਹੜੇ ਅੱਗੇ ਜਾ ਕੇ ਜੋ ਚੀਜ਼ਾਂ ਇੰਪੈਕਟਸ ਹੁੰਦੇ ਨੇ ਉਹ ਦੇਖਣ ਨੂੰ ਮਿਲਦੇ ਨੇ, ਉਹਦੇ ਤੋਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈਗੀ ਹੈ ਉਸ ਨੂੰ ਸ਼ਾਇਦ ਚੀਜ਼ਾਂ ਦੇ ਬਾਰੇ ਨਹੀਂ ਪਤਾ। ਤੁਸੀਂ ਠੀਕ ਕਿਹਾ ਜੀ, ਜਿਹੜਾ ਡਾਈਟ ਹੈ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਇੱਕ ਰੋਲ ਪਲੇ ਕਰਦੀ ਹੈ। ਔਰ ਮੈਨੂੰ ਜਦੋਂ ਵੀ ਮੌਕਾ ਮਿਲਦਾ ਮੇਰਾ ਹਮੇਸ਼ਾ ਇਹੀ ਤਵੱਜੂ ਹੁੰਦਾ ਹੈ ਕਿ ਸਾਰੇ ਯੰਗਸਟਰਸ ਨੂੰ, ਨੌਜਵਾਨ ਪੀੜ੍ਹੀ ਨੂੰ ਇਹ ਗੱਲ ਜਿੰਨਾ ਵੀ ਮਹੱਤਵਪੂਰਨ ਤਰੀਕੇ ਨਾਲ ਦਰਸਾਈ ਜਾ ਸਕੇ ਉਨੀ ਤਰ੍ਹਾਂ ਸਮਝਾਉਣੀ ਚਾਹੀਦੀ ਹੈ, ਦਰਸਾਉਣੀ ਚਾਹੀਦੀ ਹੈ ਕਿ ਜਿਹੜੀ ਡਾਈਟ ਹੈ ਸ਼ੁੱਡ ਆਲਵੇਜ਼ ਬੀ ਬੈਲੈਂਸਡ ਡਾਈਟ। ਕਿਸੇ ਵੀ ਇੱਕ ਚੀਜ਼ ਤੇ ਸਾਡਾ ਬਹੁਤ ਜ਼ੋਰ ਨਹੀਂ ਹੋਣਾ ਚਾਹੀਦਾ। ਨਾ ਅਸੀਂ ਜਿਵੇਂ ਸੋ ਕਾਲਡ ਤੁਸੀਂ ਜਿਵੇਂ ਕਿਹਾ 버ਗਰ ਨੇ ਵੀ ਸਾਰਾ ਦਿਨ ਆਪਾਂ 버ਗਰ ਹੀ ਖਾਈਏ ਜਾਂ ਰੋਜ਼ ਪੀਜ਼ਾ ਹੀ ਖਾਈਏ। ਵਨਸ ਇਨ ਅ ਵਾਈਲ ਜੇ ਆਪਾਂ ਕਦੀ ਖਾਂਦੇ ਹਾਂ ਹਫਤੇ 'ਚ ਇੱਕ ਵਾਰੀ ਇੱਕ ਫਾਸਟ ਫੂਡ ਡਾਈਟ ਹਫਤੇ 'ਚ ਇੱਕ ਵਾਰੀ ਲੈਂਦੇ ਆ, ਦੈਟਸ ਪਰਫੈਕਟਲੀ ਓਕੇ ਫॉर ਦੀ ਬਾਡੀ, ਬਟ ਸ਼ੁੱਡ ਨਾਟ ਬੀ ਮੋਰ ਦੈਨ ਵਨਸ ਇਨ ਅ ਵੀਕ ਫॉर ਆਲ ਥੀਸ ਕਾਈਂਡ ਆਫ ਥਿੰਗਸ। ਜਦੋਂ ਮੈਂ ਕਹਿੰਦਾ ਹਫਤੇ 'ਚ ਇੱਕ ਵਾਰੀ ਤਾਂ ਇਹ ਸਾਰੀ ਚੀਜ਼ਾਂ ਨੂੰ ਮਿਲਾ ਕੇ ਇੱਕ ਵਾਰੀ ਹੈ। ਇਹ ਨਹੀਂ ਇੱਕ ਵਾਰੀ 버ਗਰ ਹੋ ਗਿਆ, ਇੱਕ ਵਾਰੀ ਪੀਜ਼ਾ ਹੋ ਗਿਆ, ਇੱਕ ਵਾਰੀ ਚਿਪਸ ਹੋ ਗਿਆ। ਤੁਸੀਂ ਇਹ ਦੇਖੋਗੇ ਜਿਵੇਂ ਚਿਪਸ ਦੇ ਵੀ ਪੈਕੇਟ ਹੁਣ ਵੱਡੇ ਹੀ ਵੱਡੇ ਆਈ ਜਾ ਰਹੇ ਨੇ। ਜਿਵੇਂ US ਦੇ ਵਿੱਚ ਕੰਪੇਨ ਚੱਲਿਆ ਸੀਗਾ ਸੁਪਰ ਸਾਈਜ਼ ਨਹੀਂ ਅਪ, ਇਹੋ ਜੀ ਕੋਕ ਵੱਡਾ ਕਰਤਾ, 버ਗਰ ਵੱਡਾ ਕਰਤਾ। ਇਹ ਸਾਰੀ ਚੀਜ਼ਾਂ ਦੇ ਨਾਲ ਜਿਹੜੇ ਤੱਤ 버ਗਰਸ ਵਗੈਰਾ 'ਚ ਪੈਂਦੇ ਨੇ, ਇਹ ਮੈਂ ਇਹ ਨਹੀਂ ਕਹਿ ਰਿਹਾ ਵੀ 버ਗਰ ਖਾਣੇ ਗਲਤ ਨੇ। ਤੁਸੀਂ ਹਫਤੇ 'ਚ ਇੱਕ ਵਾਰੀ 버ਗਰ ਖਾਓ, ਬਿਲਕੁਲ ਕੋਈ ਤੁਹਾਡੇ ਸਰੀਰ ਨੂੰ ਨੁਕਸਾਨ ਨਹੀਂ ਹੋਏ। ਅਗਲੇ ਹਫਤੇ ਤੁਸੀਂ ਪੀਜ਼ਾ ਖਾ ਲਓ, ਉਸ ਤੋਂ ਅਗਲੇ ਹਫਤੇ ਤੁਸੀਂ ਕੋਈ ਇੰਡੀਅਨ ਫਾਸਟ ਫੂਡ ਖਾ ਸਕਦੇ ਹੋ। ਤੁਹਾਨੂੰ ਪੂੜੀ ਛੋਲੇ ਪਸੰਦ ਹੈ, ਤੁਹਾਨੂੰ ਭਟੂਰੇ ਛੋਲੇ ਪਸੰਦ ਹੈ, ਪਰ ਬਾਕੀ ਦਿਨਾਂ ਤੇ ਆਪਣੀ ਬੈਲੈਂਸ ਡਾਈਟ ਨੂੰ, ਜਿਹੜੀ ਆਪਣੀ ਪੁਰਾਤਨ ਕਾਲ ਦੀ ਡਾਈਟ ਸੀ, ਜਿਹੜੀ ਸਾਡੀ ਇੱਥੇ ਲੋਕਲ ਏਰੀਆ ਦੀ ਡਾਈਟ ਹੈ, ਮੈਂ ਇਸ ਗੱਲ ਤੇ ਜ਼ਿਆਦਾ ਤਵੱਜੂ ਦਊਂਗਾ। ਉਹ ਸਬਜ਼ੀਆਂ ਖਾਓ ਜਿਹੜੀਆਂ ਲੋਕਲ ਤੁਹਾਡੇ
ਲੁਧਿਆਣੇ ਚੁੱਕਦੀ ਹੈ ਜਾਂ ਤੁਹਾਡੇ ਘਰ ਚੁੱਕਦੀ ਹੈ, ਤੁਹਾਡੇ ਨੇੜੇ ਤੇੜੇ ਉਗਦੀ ਹੈ। ਬੈਲੈਂਸ ਡਾਈਟ ਤੋਂ ਕੀ ਕਿਸ ਚੀਜ਼ ਦੇ ਉੱਤੇ ਤੁਸੀਂ ਕਿ ਜੇ ਸਮਝ ਨਾ ਹੋਵੇ ਤਾਂ ਬੈਲੈਂਸ ਡਾਈਟ ਕੀ ਹੈ? ਕਾਰਬੋਹਾਈਡਰੇਟਸ, ਪ੍ਰੋਟੀਨਸ, ਫੈਟਸ ਇੱਕ ਸਹੀ ਮਾਤਰਾ 'ਚ ਆਪਾਂ ਲਈਏ। ਕੁਝ ਬੱਚੇ ਅੱਜ ਕੱਲ ਜਿਹੜੇ ਜਿਮ ਦੇ ਮਗਰ ਵੀ ਲੱਗੇ ਨੇ, ਉਹ ਕਦੀ ਕੀਟੋ ਡਾਈਟ ਤੇ ਸ਼ਿਫਟ ਹੋ ਜਾਂਦੇ ਨੇ, ਕਦੀ ਕਾਰਬ ਫ੍ਰੀ ਡਾਈਟ ਤੇ ਸ਼ਿਫਟ ਹੋ ਜਾਂਦੇ ਨੇ। ਇਹ ਚੀਜ਼ਾਂ ਫॉर ਅ ਸਪੈਸ਼ਲਿਸਟ ਦਿਸ ਇਜ਼ ਓਕੇ। ਇੱਕ ਬੰਦਾ ਜਿਹਨੇ ਮਿਸਟਰ ਵਰਲਡ ਬਣਨਾ ਹੈ, ਮਿਸਟਰ ਇੰਡੀਆ ਬਣਨਾ ਹੈ, ਉਹਦਾ ਟ੍ਰੇਨਰ ਵੀ ਉਨਾ ਹੀ ਵਧੀਆ ਹੋਏਗਾ, ਉਹਨੂੰ ਗਾਈਡ ਵੀ ਠੀਕ ਤਰ੍ਹਾਂ ਕਰੇਗਾ, ਉਹਦੀ ਟੀਮ ਹੋਏਗੀ ਡਾਈਟੈਟਿਕਸ ਦੀ। ਮੇਰੇ ਕਹਿਣ ਦਾ ਭਾਵ ਹੈ ਸਾਡੀ ਅੰਡਰ ਸੁਪਰਵਿਜ਼ਨ ਹੋਣ ਤਾਂ ਠੀਕ ਹੈ। ਤੁਸੀਂ ਦੋ ਡਾਈਟਸ ਦਾ ਜ਼ਿਕਰ ਕੀਤਾ, ਕੀਟੋ ਡਾਈਟ ਤੇ ਕਾਰਬੋਹਾਈਡਰੇਟਸ ਦੀ ਜਿਹੜੀ ਡਾਈਟ ਹੁੰਦੀ ਹੈ, ਇਹਦੇ ਬਾਰੇ ਜਿਹੜਾ ਤੁਸੀਂ ਸਮਰਾਈਜ਼ ਕਰਕੇ ਥੋੜੇ ਤਰੀਕੇ ਦੇ ਨਾਲ ਜੇ ਸਾਨੂੰ ਸਮਝਾਉਣਾ ਚਾਹੋ, ਜਿਹੜੇ ਸਾਨੂੰ ਦੇਖਦੇ ਪਏ ਨੇ ਲੋਕ ਇਸ ਵਕਤ, ਉਹ ਸਮਝ ਜਾਣਗੇ ਕਿ ਕੀਟੋ ਡਾਈਟ ਤੇ ਕਾਰਬ ਡਾਈਟ ਜਿਹੜੀ ਹੁੰਦੀ ਹੈ ਕੀ ਹੁੰਦੀ ਹੈ। ਕੀਟੋ ਡਾਈਟ ਹੈ ਜੀ, ਜਿਹਦੇ 'ਚ ਸਿਰਫ ਪ੍ਰੋਟੀਨਸ ਹੀ ਲੈਂਦੇ ਆ, ਹੋਰ ਉਹ ਕੁਝ ਵੀ ਨਹੀਂ ਖਾਂਦੇ। ਨਾ ਚਪਾਤੀ ਲੈਣਗੇ, ਨਾ ਬ੍ਰੈਡ ਲੈਣਗੇ, ਨਾ ਕੋਈ ਫੈਟ ਲੈਣਗੇ। ਉਹਨਾਂ ਨੇ ਸਿਰਫ ਪ੍ਰੋਟੀਨਸ ਤੇ ਹੀ ਪੂਰਾ ਜ਼ੋਰ ਹੋਏਗਾ। ਔਰ ਉਹਦੇ 'ਚ ਪਾਣੀ ਕਾਫੀ ਜ਼ਿਆਦਾ ਪੀਣਾ ਪੈਂਦਾ। ਪਰ ਇਹ ਬੱਚੇ ਭੁੱਲ ਜਾਂਦੇ ਨੇ, ਨਾ ਇਹ ਨੌਲੇਜੇਬਲ ਹੁੰਦੇ ਨੇ ਕਿ ਜਿਹੜਾ ਇਹ ਕੀਟੋ ਡਾਈਟ ਹੈ, ਇਹ ਕਿਡਨੀ ਤੇ ਤੇ ਬਾਕੀ ਚੀਜ਼ਾਂ ਤੇ ਕਿੰਨਾ ਜ਼ਿਆਦਾ ਅਸਰ ਪਾਉਂਦੀ ਹੈ। ਕਾਰਬ ਫ੍ਰੀ ਡਾਈਟ ਹੈ, ਜਿਹਦੇ 'ਚ ਬਿਲਕੁਲ ਕਾਰਬੋਹਾਈਡਰੇਟਸ ਨਹੀਂ ਲੈਂਦੇ। ਉਹ ਵੀ ਚੀਜ਼ਾਂ ਜਿਹੜੀ ਬਾਡੀ ਨੂੰ, ਜਿਹੜੀਆਂ ਚੀਜ਼ਾਂ ਫਿਰ ਉਹ ਜਿਹੜੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਨਹੀਂ ਮਿਲਦੀਆਂ, ਉਹਨਾਂ ਨੂੰ ਸਪਲੀਮੈਂਟ 'ਚੋਂ ਪੂਰਾ ਕਰਦੇ ਨੇ। ਸੋ ਬਾਡੀ ਦਾ ਕੋਈ ਕਿੱਸਾ ਇਹੋ ਜਿਹਾ ਸਾਂਝਾ ਕਰੋ, ਵਿਟਾਮਿਨ ਨਹੀਂ ਮਿਲ ਰਹੇ। ਸਰ ਕੋਈ ਕਿੱਸਾ ਇਹੋ ਜਿਹਾ ਸਾਂਝਾ ਕਰੋ, ਕਿਉਂਕਿ ਜੇ ਪ੍ਰੋਟੀਨ ਤੇ ਪ੍ਰੋਟੀਨ ਹੀ ਚੱਲੀ ਜਾਏਗਾ ਡਾਈਟ ਦੇ ਵਿੱਚ ਤਾਂ ਉਹਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਕਾਰਬ ਡਾਈਟ ਦੇ ਵਿੱਚ ਜੇ ਬੰਦਾ ਕਾਰਬ ਨਹੀਂ ਲੈਂਦਾ ਪਿਆ, ਉਹਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ। ਸਰੀਰ ਨੂੰ ਤਾਂ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਤੁਹਾਡੇ ਕੋਲ ਕੇਸਿਸ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਨੇ ਕੀਟੋ ਡਾਈਟ ਦੇ ਕਰਕੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੋਵੇ ਜਾਂ ਕਾਰਬ ਡਾਈਟ ਦੇ ਕਰਕੇ ਨੁਕਸਾਨ ਹੋਇਆ ਹੋਵੇ? ਸਾਡੇ ਕੋਲ ਜੀ, ਮੈਂ ਹਜੇ ਵੀ ਆਈ ਸਟਿਲ ਰਿਮੈਂਬਰ 26 ਸਾਲ ਦਾ ਮੁੰਡਾ ਜਿਹਦੀ ਮੈਂ ਹਿਪ ਰਿਪਲੇਸਮੈਂਟ ਕੀਤੀ ਹੋਈ ਹੈ। ਹਿਪ ਰਿਪਲੇਸਮੈਂਟ, ਹਾਂਜੀ। ਉਹਦੇ ਫਾਦਰ ਵੀ ਲੁਧਿਆਣੇ ਨੇ, ਆਪ ਵੀ ਉਹ ਲੁਧਿਆਣੇ ਦਾ ਹੀ ਹੈ। ਏਦਾਂ ਹੀ ਜਿਮ ਦੇ ਚੱਕਰ 'ਚ ਪੈ ਕੇ ਹੀ ਵੈਂਟ ਔਨ ਸਮ ਡਾਈਟ ਐਂਡ ਲੈਂਡਡ ਅਪ, ਗੋਲਾ ਗਲ ਗਿਆ ਉਹਦਾ ਹਿਪ ਜੁਆਇੰਟ ਦਾ। ਐਂਡ ਪੰਜਾਬ ਦੇ ਵਿੱਚ ਇਹ ਬਹੁਤ ਕਾਮਨ ਹੈ, ਬਿਕੋਜ਼ ਜਿਹੜੇ ਕੁਝ ਬੰਦੇ, ਤਾਂ ਆਪਾਂ ਸਾਰਿਆਂ ਨੂੰ ਪੰਜੋ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਆਪਾਂ ਸਾਰਿਆਂ ਨੂੰ ਨਹੀਂ ਲੇਬਲ ਕਰ ਸਕਦੇ ਵੀ ਜਿਮ ਵਾਲੇ ਗਲਤ ਕਰ ਰਹੇ ਨੇ। ਕੁਝ ਐਸੇ ਵੀ ਜਿਮ ਵਾਲੇ ਤੱਤਵ ਹੈਗੇ ਨੇ ਜਿਨ੍ਹਾਂ ਦੀ ਕੋਈ ਫਾਰਮਲ ਟ੍ਰੇਨਿੰਗ ਹੈ ਨਹੀਂ, ਦੇਖਾ ਦੇਖੀ ਕੰਮ ਸਿੱਖੇ ਹੋਏ ਨੇ। ਉਹ ਬਿਨਾਂ ਕੋਈ ਅਸੈਸ ਕੀਤਿਆਂ ਡਾਈਟਸ ਐਡਵਾਈਸ ਕਰ ਦਿੰਦੇ ਨੇ। ਬੱਚੇ ਵੀ ਉਸ ਵੇਲੇ ਦੇ ਆਰ ਲੁਕਿੰਗ ਅਪ ਟੂ ਦੀ ਟ੍ਰੇਨਰ ਕਿ ਮੈਂ ਇਦਾਂ ਦੀ ਬਾਡੀ ਬਣਾਉਣੀ ਹੈ, ਐਂਡ ਦੇ ਲੈਂਡ ਅਪ ਇਨ ਰੋਂਗ ਹੈਂਡਸ, ਔਰ ਆਪਣਾ ਨੁਕਸਾਨ ਕਰਾ ਬੈਠਦੇ। ਔਰ ਇਹ ਜਿਹੜਾ ਨੁਕਸਾਨ ਹੁੰਦਾ, ਇਹ ਰਿਵਰਸੀਬਲ ਹੁੰਦਾ। ਭੇਡ ਚਾਲ ਹੈ ਸਰ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਦੇਖਾ ਦੇਖੀ ਸਭ ਕੁਝ ਚੱਲੀ ਜਾਂਦਾ ਪਿਆ। ਜਿਹੜੇ ਜਿਮ ਟ੍ਰੇਨਰਸ ਹੈਗੇ ਨੇ, ਉਹ ਇੱਕ ਜਗ੍ਹਾ ਕੁਝ ਮਹੀਨੇ ਲਗਾਉਂਦੇ ਨੇ, ਉੱਥੋਂ ਕੁਝ ਐਕਸਰਸਾਈਜ਼ ਸਿੱਖਦੇ ਨੇ, ਕੁਝ ਚੀਜ਼ਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਨੇ ਕਿ ਇਸ ਤਰ੍ਹਾਂ ਦੀ ਡਾਈਟ ਦੇਣੀ ਹੈ। ਲੇਕਿਨ ਡਾਈਟ ਦੇਣ ਦਾ ਵੀ ਅਲੱਗ-ਅਲੱਗ ਤਰੀਕਾ ਹੁੰਦਾ। ਉਹਦੇ ਵਿੱਚ ਬਕਾਇਦਾ ਤੁਹਾਡੇ ਸਰੀਰ ਦੀ ਮੈਜਰਮੈਂਟ, ਤੁਹਾਡੇ ਟੈਸਟ ਵਗੈਰਾ ਵੀ ਹੁੰਦੇ ਹੈਗੇ ਨੇ, ਤੁਹਾਡਾ weight ਵੀ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਉਸ ਤੋਂ ਬਾਅਦ ਡਾਈਟ ਪਲਾਨ ਤਿਆਰ ਹੁੰਦਾ ਹੈਗਾ। ਲੇਕਿਨ ਇੱਥੇ ਇਸ ਤਰ੍ਹਾਂ ਲੱਗਦਾ ਹੈਗਾ ਕਿ ਸਿਰਫ ਕਿਤੇ ਨਾ ਕਿਤੇ ਲਾਲਚ ਜਿਹੜਾ ਹੈਗਾ ਉਹ ਸਾਹਮਣੇ ਦੇਖਣ ਨੂੰ ਆਉਂਦਾ ਹੈ ਕਿ ਤੁਹਾਡੇ ਕੋਲ ਬੰਦਾ ਆਇਆ, ਤੁਸੀਂ ਉਸ ਨੂੰ ਡਾਈਟ ਪਲਾਨ ਤਿਆਰ ਕਰਕੇ ਦਿੱਤਾ, ਤੁਸੀਂ ਉਸ ਨੂੰ ਵੱਡੇ ਵੱਡੇ ਪ੍ਰੋਟੀਨ ਦੇ ਡੱਬੇ ਦੇ ਦਿੱਤੇ, ਤੁਸੀਂ ਕਹਿਤਾ ਕਿ ਤੂੰ ਸਪਲੀਮੈਂਟ ਖਾ। ਇਹ ਜੀ, ਮੈਂ ਇਸ ਗੱਲ ਤੇ ਮੈਨੂੰ ਕਮੈਂਟ ਥੋੜਾ ਮੁਸ਼ਕਿਲ ਲੱਗੇਗਾ ਵੀ ਲਾਲਚ ਹੈ ਜਾਂ ਇਗਨੋਰੈਂਸ ਹੈ। ਸਾਰੇ ਲਾਲਚੀ ਨਹੀਂ ਹੋ ਸਕਦੇ। ਮੈਂ ਇਸ ਗੱਲ ਤੇ ਤਾਂ ਮੈਨੂੰ ਕੁਆਇਟ ਸਰਟਨ ਸਾਰੇ ਬੰਦੇ ਤਾਂ ਨਹੀਂ ਲਾਲਚੀ ਹੋ ਸਕਦੇ। ਕੁਝ ਬੰਦੇ ਆਊਟ ਆਫ ਇਗਨੋਰੈਂਸ ਹੈ, ਬਿਕੋਜ਼ ਉਹਨਾਂ ਨੇ ਕੀ ਦੇਖਿਆ, 50 ਬੰਦੇ ਦੇਖੇ ਜਿਹੜੇ ਉਹਨਾਂ ਦੇ ਟ੍ਰੇਨਰ ਨੇ ਅੱਗੇ ਟ੍ਰੇਨ ਕੀਤੇ। ਉਹਨਾਂ ਨੂੰ ਦੇਖ ਕੇ ਲੱਗਦਾ ਸਭ ਕੁਝ ਠੀਕ ਹੈ। ਉਹਨਾਂ ਨੇ ਕਦੀ ਉਹਨਾਂ ਦੀ ਪ੍ਰੋਬਲਮਸ ਤਾਂ ਦੇਖੀਆਂ ਹੀ ਨਹੀਂ। ਸੋ ਇੱਥੇ ਐਸੀ ਨਹੀਂ ਗੱਲ। ਲੁਧਿਆਣੇ ਦੇ ਵਿੱਚ ਮੈਨੂੰ 2-3 ਜਗ੍ਹਾ ਪਤਾ ਹੈ ਜਿੱਥੇ ਸਰਟੀਫਾਈਡ ਟ੍ਰੇਨਰਸ ਵੀ ਹੈਗੇ ਨੇ। ਇਹ ਸਾਡੀ ਸਰਕਾਰ ਨੂੰ ਮੁੱਦਾ ਚੱਕਣਾ ਚਾਹੀਦਾ ਵੀ ਜਿਮ ਜਿਹੜਾ ਚੱਲੇ, ਉਹਦੇ ਤੇ ਜਿਹੜਾ ਟ੍ਰੇਨਰ ਹੋਵੇ ਉਹ ਸਰਟੀਫਾਈਡ ਹੋਵੇ। ਦੇਖੋ ਨਾ, ਆਪਾਂ ਆਫਟਰ ਆਲ ਸਰੀਰ ਨਾਲ ਡੀਲ ਕਰ ਰਹੇ ਹਾਂ। ਲੈਬੋਰਟਰੀ 'ਚ ਬੰਦੇ ਸਰਟੀਫਾਈਡ ਲੈਬੋਰਟਰੀ ਟੈਕਨੀਸ਼ੀਅਨ ਹੁੰਦਾ ਹੈ, ਐਕਸ-ਰੇ ਦਾ ਸਰਟੀਫਾਈਡ ਲੈਬੋਰਟਰੀ ਟੈਕਨੀਸ਼ੀਅਨ ਹੁੰਦਾ ਹੈ। ਤਾਂ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਸਾਰੇ ਜਿਮ 'ਚ ਵੀ ਸਰਟੀਫਾਈਡ ਟ੍ਰੇਨਰਸ ਹੋਣ। ਜੇ ਹਜੇ ਤੱਕ ਇੰਡੀਆ 'ਚ ਨਹੀਂ ਹੈ ਤਾਂ ਆਰ ਗਵਰਨਮੈਂਟ ਸ਼ੁੱਡ ਸਟਾਰਟ ਅ ਕੋਰਸ ਫॉर ਸਰਟੀਫਾਈਡ ਟ੍ਰੇਨਰਸ। ਔਰ ਜਿਹੜੀ ਡਾਇਟਰੀ ਐਡਵਾਈਸ ਹੈ ਸ਼ੁੱਡ ਬੀ ਇਨ ਕੰਸਲਟੇਸ਼ਨ ਵਿਦ ਅ ਸਰਟੀਫਾਈਡ ਡਾਈਟੀਸ਼ੀਅਨ ਰਾਦਰ ਦੈਨ ਦੀ ਟ੍ਰੇਨਰ ਅਲੋਨ। ਸਪਲੀਮੈਂਟ ਦਾ ਬੜਾ ਜ਼ਿਕਰ ਹੋਇਆ ਸਰ। ਸਪਲੀਮੈਂਟ ਬਾਰੇ ਗੱਲਬਾਤ ਵੀ ਬਹੁਤ ਚੱਲਦੀ ਹੈਗੀ ਆ। ਮੈਂ ਬਹੁਤ ਇਹੋ ਜਿਹੇ ਲੋਕਾਂ ਨੂੰ ਜਾਣਦਾ ਹੈਗਾ ਜੋ ਕਿ
ਜਦੋਂ ਮਹਿਫਿਲ ਦੇ ਵਿੱਚ ਬੈਠਦੇ ਨੇ, ਸੁਸਾਇਟੀ ਦੇ ਵਿੱਚ ਬੈਠਦੇ ਨੇ ਤੇ ਬੋਸਟ ਕਰਦੇ ਨੇ ਕਿ ਅਸੀਂ ਜੀ 10,000 ਦਾ ਪ੍ਰੋਟੀਨ ਦਾ ਡੱਬਾ ਲੈ ਆਏ ਆ, ਅਸੀਂ ਅਮੀਨੋ ਐਸਿਡ ਦਾ ਡੱਬਾ ਲੈ ਆਏ ਆ, ਅਸੀਂ BCAAs ਵਗੈਰਾ ਵੀ ਲੈਣੇ ਸ਼ੁਰੂ ਕਰਤੇ ਆ। ਇਹੋ ਜਿਹੀਆਂ ਚੀਜ਼ਾਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਬੋਸਟ ਕਰਕੇ ਦੱਸਦੇ ਨੇ। ਉਹਨਾਂ ਨੂੰ ਇੰਝ ਲੱਗਦਾ ਹੈ ਕਿ ਇਹ ਇੱਕ ਲਗਜ਼ੂਰੀਅਸ ਚੀਜ਼ ਹੋ ਗਈ ਹੋਈ ਹੈ ਇਸ ਚੀਜ਼ ਦੇ ਬਾਰੇ ਗੱਲ ਕਰਨਾ। ਬਟ ਦੌਰ ਅਜਿਹਾ ਵੀ ਸੀਗਾ ਜਿੱਥੇ ਭੀਮ ਵਰਗੇ ਵੀ ਹੋਏ ਨੇ ਜਿਹੜੇ ਦੇਸੀ ਘਿਓ ਦੇ ਨਾਲ ਚੱਲਦੇ ਸੀਗੇ, ਰਾਗੀ ਦਾ ਆਟਾ ਵੀ ਉਦੋਂ ਮਿਲਦਾ ਹੁੰਦਾ ਸੀਗਾ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਨੈਚੁਰਲ ਡਾਈਟ ਦੇ ਉੱਤੇ ਨਿਰਭਰ ਕਰਦੀਆਂ ਸੀਗੀਆਂ। ਇਹ ਜ਼ਮਾਨਾ ਕਿੱਧਰ ਜਾ ਰਿਹਾ ਤੁਹਾਡੇ ਮੁਤਾਬਕ? ਤੁਸੀਂ ਬਿਲਕੁਲ ਠੀਕ ਕਿਹਾ ਜੀ। ਇਹ ਜ਼ਿਆਦਾਤਰ ਦਿਖਾਵੇ ਵਾਲੀ ਗੱਲ ਬਣ ਗਈ। ਨਹੀਂ ਤਾਂ ਜਿਹੜਾ ਬੰਦਾ ਨਾਨ ਵੈਜ ਖਾਂਦਾ ਹੈ, ਮੈਂ ਉਹਨਾਂ ਨੂੰ, ਬੱਚਿਆਂ ਨੂੰ ਇਹੀ ਪੁੱਛਦਾ ਹੁੰਦਾ, ਮੈਂ ਕਿਹਾ ਬੇਟਾ ਤੂੰ 10 ਅੰਡੇ ਖਾ ਲੈ ਪ੍ਰੋਟੀਨ ਖਾਣ ਨਾਲੋਂ, ਯੈਲੋ ਕੱਢ ਦੇ, 10 ਐਗ ਵਾਈਟ ਖਾ ਲੈ ਜੇ ਤੂੰ ਪ੍ਰੋਟੀਨ ਰਿਕੁਆਇਰਮੈਂਟ ਪੂਰੀ ਕਰਨੀ ਹੈ। ਐਗ ਦਾ ਪ੍ਰੋਟੀਨ ਬਹੁਤ ਹੀ ਹਾਈ ਕੁਆਲਿਟੀ ਪ੍ਰੋਟੀਨ ਹੁੰਦਾ ਹੈ। ਬਟ ਇਹ ਗੱਲ ਉਹਨਾਂ ਦਾ ਟ੍ਰੇਨਰ ਉਹਨਾਂ ਨੂੰ ਗੱਲ ਅਸੀਂ ਜੇ ਸਮਝਾਈਏ ਤਾਂ ਟ੍ਰੇਨਰ ਇਸ ਗੱਲ ਤੇ ਉਹਨਾਂ ਨੂੰ ਮੰਨਣ ਹੀ ਨਹੀਂ ਦਿੰਦਾ ਵੀ ਇਹ ਗੱਲ ਗਲਤ ਹੈ। ਐਂਡ ਜਿਹੜਾ ਵੀ ਬੱਚਾ ਹੋਊਗਾ ਉਹ ਪਹਿਲਾਂ ਆਪਣੇ ਗੁਰੂ ਦੀ ਗੱਲ ਮੰਨੂਗਾ, ਦੂਜੇ ਦੀ ਗੱਲ ਨਹੀਂ ਮੰਨੂਗਾ। ਉਹਨੂੰ ਜਿਹੜਾ ਮਰਜ਼ੀ ਕੋਈ ਜਿੰਨਾ ਮਰਜ਼ੀ ਸਮਝਾ ਲਵੇ। ਪਰ ਮੈਂ ਫਿਰ ਇਹੀ ਗੱਲ ਕਵਾਂਗਾ, ਇੱਥੇ ਲੁਧਿਆਣੇ 'ਚ ਕੁਝ ਬਹੁਤ ਅੱਛੇ ਟ੍ਰੇਨਰ ਵੀ ਹੈਗੇ ਨੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ, ਬੱਚਿਆਂ ਨੂੰ ਰੋਕਦੇ ਵੀ ਨੇ। ਬਟ ਔਨ ਦੀ ਅਦਰ ਸਾਈਡ ਇੱਕ ਹੋਰ ਵੀ ਤੁਹਾਨੂੰ ਐਸਪੈਕਟ ਦੱਸ ਦਿੰਦਾ, ਐਨਾਬੋਲਿਕ ਸਟੀਰੋਇਡ ਲਵਾ ਦਿੰਦੇ ਨੇ ਬੱਚਿਆਂ ਦੇ ਰਿਜ਼ਲਟ ਪ੍ਰੋਡਿਊਸ ਕਰਨ। ਔਰ ਇੱਕ ਹੋਰ ਚੀਜ਼ ਦੱਸਦਾ ਜਿਹੜੀ ਤੁਸੀਂ ਪਤਾ ਨਹੀਂ ਪਹਿਲਾਂ ਸੁਣੀ ਹੋਏਗੀ ਸ਼ਾਇਦ, ਮਸਲ ਬਲਕ ਵਧਾਉਣ ਵਾਸਤੇ ਜਿਹੜਾ ਕੋਈ ਜੇ ਇਵੈਂਟ ਹੋਏ ਤਾਂ ਉਹ 'ਚ ਸਿਲੀਕਨ ਇੰਜੈਕਟ ਕਰਾ ਦਿੰਦੇ ਨੇ। ਐਗਜ਼ੈਕਟਲੀ, ਵੀ ਮਸਲ ਦੀ ਗਰਥ ਬਣੇ। ਮੈਂ ਬਹੁਤ ਉੱਚੇ ਪੱਧਰ ਦੇ ਇੱਕ ਬਾਡੀ ਬਿਲਡਰ ਦਾ ਉੱਥੇ ਪਸ ਬਣ ਗਈ ਜਿੱਥੇ ਸਿਲੀਕਨ ਦਾ ਇੰਜੈਕਸ਼ਨ ਲਾਇਆ ਸੀ, ਉਹਦੀ ਟ੍ਰੀਟਮੈਂਟ ਕੀਤੀ ਹੈ। ਸੋ ਇਹ ਵੀ ਚੀਜ਼ਾਂ ਹੁੰਦੀਆਂ। ਕਿਹੜੇ ਪਾਰਟ 'ਤੇ ਸਰ ਸਿਲੀਕਨ ਦਾ ਇੰਜੈਕਸ਼ਨ ਲੱਗਾ ਸੀ? ਬਾਈਸੈਪਸ ਚ ਲਾ ਦਿੰਦੇ ਨੇ, ਟ੍ਰਾਈਸੈਪ ਚਲਾਉਂਦੇ ਨੇ, ਬੜੀ ਜਗ੍ਹਾ ਤੇ ਲਾ ਦਿੰਦੇ ਨੇ ਡੋਲਾ ਬਣਾਉਣ ਵਾਸਤੇ ਤਾਂ ਕਿ ਪੂਰਾ ਉੱਭਰਵਾਂ ਦਿਖੇ। ਤੇ ਉਹ ਕੰਪੀਟੀਸ਼ਨ 'ਚ ਜਾਂਦਾ ਸੀਗਾ ਬੰਦਾ? ਹਾਂਜੀ। ਬਟ ਸਰ ਕਿਤੇ ਨਾ ਕਿਤੇ ਜਦੋਂ ਲੋਕ ਜਾਂਦੇ ਨੇ ਜਿਮ, ਉਹਨਾਂ ਦਾ ਸਭ ਤੋਂ ਵੱਡਾ ਮੋਟਿਵ ਹੀ ਇਹੀ ਹੁੰਦਾ ਕਿ ਯਾਰ ਮਹੀਨੇ ਦੇ ਅੰਦਰ ਅੰਦਰ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਤੀਜੇ ਜਿਹੜੇ ਹੈਗੇ ਨੇ ਜਲਦ ਤੋਂ ਜਲਦ ਮਿਲਣ। ਕੋਈ ਬੰਦਾ ਜੋ ਮੋਟਾਪੇ ਦੇ ਨਾਲ ਜਾਂਦਾ ਜਿਮ ਦੇ ਵਿੱਚ, ਉਹਨੂੰ ਇਹ ਹੁੰਦਾ ਕਿ ਮਹੀਨੇ ਦੇ ਵਿੱਚ ਜਲਦੀ ਤੋਂ ਜਲਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾ ਮੈਂ ਪਤਲਾ ਹੋ ਜਾਵਾਂ। ਜਾਂ ਪਤਲਾ ਆਦਮੀ ਜੇ ਕੋਈ ਜਿਮ ਦੇ ਵਿੱਚ ਜਾਂਦਾ ਤੇ ਉਹਨੂੰ ਇਹ ਹੁੰਦਾ ਕਿ ਅੱਛੀ ਖਾਸੀ ਚੈਸਟ ਬਣ ਜਾਵੇ, ਬਾਈਸੈਪਸ ਬਣ ਜਾਣ, ਸ਼ਰਟ ਪਾਵਾਂ ਤਾਂ ਜਚੇ ਮੈਨੂੰ, ਸੂਟ ਪਾਵਾਂ ਤਾਂ ਲੋਕੀ ਤਾਰੀਫ ਕਰਨ ਮੇਰੀ ਕਿ ਹਾਂਜੀ ਦੇਖੋ ਜੀ ਬੰਦੇ ਨੇ ਸੂਟ ਪਾਇਆ। ਇਸ ਚੀਜ਼ ਤੋਂ ਕਿਸ ਤਰ੍ਹਾਂ ਉੱਭਰਨਾ ਚਾਹੀਦਾ? ਇਹ ਨਾ ਜੀ, ਮੈਂ ਸਾਰਿਆਂ ਨੂੰ, ਮੇਰੇ ਜਿੰਨੇ ਪੇਸ਼ੈਂਟ ਮੇਰੇ ਕੋਲ ਆਉਂਦੇ ਆ, ਮੈਂ ਸਾਰਿਆਂ ਨੂੰ ਇਹ ਗੱਲ ਦੀ ਕਾਉਂਸਲਿੰਗ ਕਰਦਾ। ਜੇ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਪਲੇਅਰ ਦੇਖੋਗੇ, ਲੈਟਸ ਟਾਕ ਆਫ ਫੁੱਟਬਾਲ, ਜਿਹੜੇ ਫੇਮਸ ਨੇ, ਆਪਾਂ ਵਰਲਡ ਲੈਵਲ ਦੇ ਫੁੱਟਬਾਲ ਪਲੇਅਰਸ ਦੇਖ ਲਓ, ਤੁਸੀਂ ਕੋਈ ਜਿਮ ਵਾਲੇ ਦੀ ਬਾਡੀ ਦੇਖ ਲਓ ਤੇ ਉਹਨਾਂ ਦੀ ਬਾਡੀ ਦੇਖ ਲਓ, ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਉਹਦਾ ਰੀਜ਼ਨ ਹੈ ਫੁੱਟਬਾਲਰਸ ਦੀ ਬਾਡੀ ਨੈਚੁਰਲ ਬਾਡੀ ਹੁੰਦੀ ਹੈ, ਪ੍ਰੋਫੈਸ਼ਨਲ ਐਥਲੀਟਸ ਦੀ। ਉਹ 7 ਸਾਲ ਦੀ ਉਮਰ ਤੋਂ ਟ੍ਰੇਨਿੰਗ ਸਟਾਰਟ ਕਰਦੇ ਆ, 6 ਸਾਲ ਦੀ ਉਮਰ ਤੋਂ, 7 ਸਾਲ ਦੀ ਉਮਰ ਤੋਂ, 10 ਸਾਲ ਦੀ ਉਮਰ ਤੋਂ। ਉਦੋਂ ਹਜੇ ਸਰੀਰ ਪੂਰਾ ਬਣਿਆ ਨਹੀਂ ਹੁੰਦਾ, ਉਹ ਅਡਲਟ ਲਾਈਫ ਨਹੀਂ ਸਟਾਰਟ ਹੋਈ ਹੁੰਦੀ। ਬਚਪਨ ਦੇ ਵਿੱਚ ਪ੍ਰੈਕਟਿਸ ਸ਼ੁਰੂ ਹੁੰਦੀ ਹੈ, ਟ੍ਰੇਨਿੰਗ ਸ਼ੁਰੂ ਹੁੰਦੀ ਹੈ। ਉਹਨਾਂ ਦੀ ਬੋਨਸ ਵੀ ਔਰ ਸਰੀਰ ਦੀ, ਇਹ ਜੇ ਵਰਡ ਆਪਾਂ ਯੂਜ਼ ਕਰੀਏ ਤਾਂ ਸਿਮੈਟ੍ਰੀਕਲ ਡਿਵੈਲਪਮੈਂਟ ਹੁੰਦੀ ਹੈ। ਜਿੰਨੇ ਮਸਲ ਬਲਕ ਵੱਧਦੀ ਹੈ ਉਦਾਂ ਹੀ ਬੋਨਸ ਵੀ ਵੱਧਦੀਆਂ, ਐਂਡ ਦੇ ਵਿਲ ਲੁੱਕ ਸਮਾਰਟ। ਜਿਹੜੇ ਜਿਮ ਵਾਲੇ ਬੰਦੇ ਹੋਣਗੇ ਉਹਨਾਂ ਦਾ ਬਾਡੀ, ਉਹ 22 ਸਾਲ ਤੇ ਜਾ ਕੇ ਜਿਮ ਸ਼ੁਰੂ ਕਰਦੇ, 20 ਸਾਲ ਤੇ ਜਦੋਂ ਕਾਲਜ ਮੁੱਕਦਾ, ਉਹਨਾਂ ਦਾ ਬੋਨ ਸਟਰਕਚਰ ਆਲਰੇਡੀ ਡਿਵੈਲਪ ਹੋ ਚੁੱਕਾ ਹੁੰਦਾ। ਤਾਂ ਇੱਕ ਮੈਂ ਐਕਸਪ੍ਰੈਸ਼ਨ ਯੂਜ਼ ਕਰਨ ਲੱਗਾ, ਸੌਰੀ ਫॉर ਮਾਈ, ਜੇ ਕਿਸੇ ਨੂੰ ਮਾੜਾ ਲੱਗੇ, ਜਿਵੇਂ ਕਾਨੇ ਦੇ ਉੱਤੇ ਪਲਾਸਟਿਕ ਦਾ ਲਿਫਾਫਾ ਟੰਗਿਆ ਹੁੰਦਾ ਨਾ, ਉਹ ਉਸ ਤਰ੍ਹਾਂ ਦੀ ਬਾਡੀ ਬਣਦੀ। ਔਰ ਤੁਸੀਂ ਦੇਖਿਆ ਹੋਣਾ ਜਿੰਨੇ ਜਿਮ ਦੇ ਬੰਦੇ ਨੇ ਬਾਹਾਂ ਚੌੜੀਆਂ ਕਰਕੇ ਤੁਰਦੇ ਨੇ, ਜਦ ਕਿ ਕੋਈ ਕਰਕੇ ਨਹੀਂ ਚੱਲਦਾ ਮਿਲੇਗਾ। ਉਹਦਾ ਰੀਜ਼ਨ ਹੈ ਉਹ ਆਪਣੇ ਜਿਹੜਾ ਇੱਥੇ ਮਸਲਸ ਹੁੰਦੇ ਨੇ ਉਹਨਾਂ ਨੂੰ ਹਾਈਪਰਟ੍ਰੋਫੀ ਕਰਾ ਲੈਂਦੇ ਨੇ ਚੈਸਟ ਦੇ ਅਰਾਊਂਡ, ਪੈਕਟੋਰੈਲਿਸ ਮੇਜਰ ਦੀ, ਬਾਕੀ ਸਾਰਿਆਂ ਦੀ, ਲੈਟਸ ਦੀ। ਉਹਦੇ ਕਰਕੇ ਬਾਹ ਪੂਰੀ ਥੱਲੇ ਲੱਗਦੀ ਨਹੀਂ ਛਾਤੀ ਨਾਲ। ਉਸ ਤੋਂ ਬਾਅਦ ਨੈਚੁਰਲ ਜਿਹਦੀ ਬਾਡੀ ਹੋਏਗੀ ਉਹਦੇ ਨਾਲ ਕਦੀ ਇਹ ਪ੍ਰੋਬਲਮ ਨਹੀਂ ਹੋਏਗੀ। ਸਰ ਇਹ ਤਾਂ ਉਹੀ ਤਰੀਕਾ ਹੋ ਗਿਆ ਕਿ ਤੁਸੀਂ ਇੱਕ ਬੜੀ ਗੱਡੀ ਲੈ ਲਈ, ਵੱਡੀ ਖਾਸੀ ਗੱਡੀ ਲੈ ਲਈ, ਬਾਹਰੋਂ ਬਹੁਤ ਸੋਹਣੀ ਹੈਗੀ ਹੈ ਲੇਕਿਨ ਅੰਦਰੋਂ ਦਾ ਜਿਹੜਾ ਤੇਲ ਹੈਗਾ ਉਹ ਬਦਲਣ ਵਾਲਾ ਹੈਗਾ, ਜਾਂ ਉਹ ਗੱਡੀ ਜਿਹੜੀ ਹੈਗੀ ਚਲਦੀ ਵਧੀਆ ਨਹੀਂ ਪਈ। ਸੇਮ ਹਿਸਾਬ ਉਹੀ ਹੈਗਾ ਕਿ ਫਿਟਨੈਸ ਜਿਹੜੀ ਹੁੰਦੀ ਹੈ ਉਹ ਸਰੀਰ ਦੇ ਅੰਦਰ ਹੋਣੀ ਚਾਹੀਦੀ ਹੈ। ਤੁਸੀਂ ਅੰਦਰੋਂ ਕੀ ਖਾਧਾ, ਕਿਸ ਤਰ੍ਹਾਂ ਤੁਹਾਡੀ ਫਿਟਨੈਸ ਤੁਸੀਂ ਬਰਕਰਾਰ ਰੱਖੀ, ਉਹ ਮਾਇਨੇ ਰੱਖਦੀ ਹੈ, ਰੈਦਰ ਦੈਨ ਤੁਸੀਂ ਜਿਮ 'ਚ ਜਾ ਕੇ ਸਿਰਫ ਪ੍ਰੋਟੀਨ ਇਨਟੇਕ ਕਰਦੇ ਪਏ ਹੋ, ਕਾਰਬਸ ਲੈਣੇ ਪਏ ਹੋ, ਆਪਣੇ ਮਸਲਸ ਵਧਾਉਂਦੇ ਪਏ ਹੋ।
ਇਹ ਤਾਂ ਸਿਰਫ ਇਹੀ ਹੈ ਕਿ ਤੁਸੀਂ ਸਿਰਫ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਕੁਝ ਨਾ ਕੁਝ ਤੁਹਾਡੇ ਜਿਹੜੇ ਮਕਸਦ ਨੇ ਉਹ ਪੂਰੇ ਕਰਦੇ ਪਏ ਹੋ। ਐਬਸੋਲੂਟਲੀ ਦਾ ਜਿਮ ਟ੍ਰੇਨਰਸ ਨੂੰ ਹੁਣ ਥੋੜੀ ਜਿਹੀ ਮੈਚੁਰਿਟੀ ਦਿਖਾਣੀ ਪਏਗੀ ਆਪਣੇ ਬੱਚਿਆਂ ਵਾਸਤੇ, ਸਾਡੇ ਸਾਰੇ ਦੇ ਪੰਜਾਬ ਦੇ ਬੱਚਿਆਂ ਲਈ, ਕਿ ਇਹ ਸਲੋ ਪ੍ਰੋਸੈਸ ਹੈ ਔਰ ਹੌਲੀ ਹੌਲੀ ਆਪਾਂ ਬਾਡੀ ਡਿਵੈਲਪ ਕਰਨੀ ਹੈ ਤਾਂ ਕਿ ਵਧੀਆ ਸ਼ਾਨਦਾਰ ਬਾਡੀ ਬਣੇ। ਇਹਦੇ ਚ ਉਹਨਾਂ ਦਾ ਵੀ ਕਸੂਰ ਨਹੀਂ। ਬੱਚੇ ਜਿਹੜੇ ਜਾਂਦੇ ਆ ਦੇ ਪਹਿਲਾਂ ਹੀ ਗੱਲ ਪੁੱਛਦੇ ਆ ਜੀ 3 ਮਹੀਨੇ ਚ ਇਦਾਂ ਦੀ ਬਾਡੀ ਬਣ ਜੂਗੀ ਮੇਰੀ। ਸੋ ਉਹ ਜਿਹਨੂੰ ਕਹਿੰਦੇ ਸਹਿਜ ਪੱਕੇ ਸੋ ਮਿੱਠਾ ਹੋਏ, ਥੋੜਾ ਜਿਹਾ ਸਲੋ ਚੱਲਣਾ ਪਏਗਾ ਐਂਡ ਦਾ ਏਮ ਸ਼ੁੱਡ ਬੀ ਕਲੀਅਰ। ਮੇਰੇ ਕੋਲ ਕਈ ਬੱਚੇ ਆਉਂਦੇ ਜਿਹੜੇ ਸਪੋਰਟਸ ਇੰਜਰੀ ਨਾਲ ਆਉਂਦੇ ਨੇ, ਮੈਂ ਪੁੱਛਦਾ ਵੀ ਡੰਬਲ ਕਿੰਨੇ ਲਗਾਣਾ? ਸਰ 50 ਕਿਲੋ ਦੇ ਲਾਣਾ। ਮੈਂ ਕਿਹਾ ਤੂੰ ਪਹਿਲਾਂ ਆਪਣਾ ਏਮ ਡਿਸਾਈਡ ਕਰ, ਤੂੰ ਕੀ ਕਰਨਾ ਚਾਹੁੰਦਾ? ਤੂੰ ਮਿਸਟਰ ਪੰਜਾਬ ਬਣਨਾ ਹੈ, ਮਿਸਟਰ ਲੁਧਿਆਣਾ ਬਣਨਾ? ਨਹੀਂ ਜੀ ਮੈਂ ਤਾਂ ਬਾਡੀ ਫਿੱਟ ਰੱਖਣੀ ਹੈ। ਮੈਂ ਕਿਹਾ ਬੇਟਾ ਫਿਰ 50 ਕਿਲੋ ਦੇ ਡੰਬਲ ਲਗਾਉਣ ਦੀ ਤੈਨੂੰ ਕੀ ਜ਼ਰੂਰਤ ਹੈ? ਇਟ ਇਜ਼ ਜਸਟ ਲਾਈਕ ਡਰਾਈਵਿੰਗ ਯਰ ਕਾਰ ਐਟ 200, the chance of accident will be much higher. You drive at 60, 70, 80, the chance of accident will be very less. ਪਹੁੰਚਣਾ ਆਪਾਂ ਦਿੱਲੀ 1 ਘੰਟੇ ਬਾਅਦ ਪਹੁੰਚ ਜਾਵਾਂਗੇ। ਬਿਲਕੁਲ। ਸੋ ਜੇ ਤੁਸੀਂ ਘੱਟ weight ਨਾਲ ਜ਼ਿਆਦਾ ਐਕਸਰਸਾਈਜ਼ ਕਰੋਗੇ, ਬਾਡੀ ਉਨੀ ਵਧੀਆ ਬਣਨ ਨੂੰ 3 ਮਹੀਨੇ ਲੱਗਣਗੇ 2 ਮਹੀਨੇ ਦੀ ਜਗ੍ਹਾ ਤੇ। ਤੁਹਾਡਾ ਨੁਕਸਾਨ ਹੋਣ ਦਾ ਵੀ ਚਾਂਸ ਘੱਟ ਹੈ, ਤੁਹਾਡੀ ਬਾਡੀ ਵੀ ਅੱਛੀ ਬਣੇਗੀ ਐਂਡ ਯੂ ਵਿਲ ਰਿਮੇਨ ਫਿਟ ਆਲਸੋ। ਸਰ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡੇ ਨਾਲ ਲੋਕਾਂ ਨੂੰ ਮੁਖਾਤਬ ਕਰਵਾ ਕੇ ਜੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਉਹਨਾਂ ਦੇ ਦਿਮਾਗਾਂ ਤੱਕ ਗੱਲ ਪਹੁੰਚੇ, ਉਹ ਸ਼ਾਇਦ ਪਹੁੰਚ ਚੁੱਕੀ ਹੈਗੀ ਹੈ। ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੁੰਦੀ ਹੈ ਉਹਨਾਂ 'ਚ ਬਹੁਤ ਜ਼ਿਆਦਾ ਰਫ਼ਤਾਰ ਫੜੀ ਹੁੰਦੀ ਹੈ ਉਹਨਾਂ ਨੇ। ਜਿਵੇਂ ਕਿ ਤੁਸੀਂ ਕਿਹਾ ਕਿ ਹਾਂ ਜਲਦੀ ਤੋਂ ਜਲਦੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹਾਸਲ ਕਰਨੀਆਂ ਨੇ, ਲੇਕਿਨ ਸਹਿਜ ਪਕੇ ਸੋ ਮਿੱਠਾ ਹੋਏ, ਇਹ ਅੱਜ ਦਾ ਜਿਹੜਾ ਤੱਤ ਹੈਗਾ, ਅੱਜ ਦਾ ਜਿਹੜਾ ਮੋਰਲ ਹੈਗਾ, ਤੁਸੀਂ ਜਿਹੜਾ ਲੋਕਾਂ ਤੱਕ ਪਹੁੰਚਾਇਆ ਉਹਦੇ ਲਈ ਸ਼ੁਕਰੀਆ। ਧੰਨਵਾਦ ਜੀ। ਮੇਰੀ ਸਿਰਫ ਇੱਕੋ ਹੀ ਲਾਸਟ ਮੈਸੇਜ ਹੋਏਗਾ, ਪਲੀਜ਼ ਸਾਰੇ ਯੰਗਸਟਰਸ ਨੂੰ, ਦੁਨੀਆ ਇੱਧਰ ਦੀ ਉੱਧਰ ਹੋ ਜੇ, ਸਟੀਰੋਇਡਸ ਤੋਂ ਦੂਰ ਰਹੋ। ਕੋਈ ਸਪੋਰਟਸ ਇੰਜਰੀ ਦੇ ਡਾਕਟਰ ਤੋਂ ਜਾਂ ਸਪੋਰਟਸ ਮੈਡੀਸਨ ਦੇ ਡਾਕਟਰ ਤੋਂ ਜਾਂ ਕੋਈ ਅੱਛੇ ਡਾਕਟਰ ਦੀ ਸਲਾਹ ਤੋਂ ਬਿਨਾ ਪਲੀਜ਼ ਕੋਈ ਸਟੀਰੋਇਡ ਨਹੀਂ ਲਵਾਉਣਾ ਕਿਸੇ ਦੇ ਵੀ ਕਹਿਣ ਤੇ। ਸੋ ਦੋਸਤੋ, ਜਿਹੜੀਆਂ ਚੀਜ਼ਾਂ ਤੁਹਾਨੂੰ ਜਲਦੀ ਤੋਂ ਜਲਦੀ ਜਿਹੜੀਆਂ ਲੱਗਦੀਆਂ ਨੇ ਕਿ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਦੇਣਗੀਆਂ, ਲੇਕਿਨ ਉਹ ਆਪਣੇ ਨਾਲ ਕੁਝ ਨਾ ਕੁਝ ਇਹੋ ਜਿਹੀਆਂ ਤਕਲੀਫਾਂ ਪਰੇਸ਼ਾਨੀਆਂ ਵੀ ਲੈ ਕੇ ਆਉਂਦੀਆਂ ਨੇ ਜਿਨ੍ਹਾਂ ਦਾ ਬਾਅਦ 'ਚ ਜਾ ਕੇ ਕੋਈ ਸੋਲਿਊਸ਼ਨ ਨਹੀਂ ਲੱਭਦਾ, ਕੋਈ ਹੱਲ ਨਹੀਂ ਲੱਭਦਾ। ਅਤੇ ਫਿਰ ਤੁਸੀਂ ਬੰਦ ਕਮਰੇ ਦੇ ਵਿੱਚ ਬੈਠ ਕੇ ਸਿਰਫ ਕੰਧਾਂ ਨੂੰ ਦੇਖਦੇ ਹੁੰਦੇ ਹੋ ਕਿ ਮੈਂ ਉਹ ਜਿਹੜਾ ਸਮਾਂ ਸੀਗਾ ਸੰਭਾਲ ਲੈਂਦਾ ਅਤੇ ਵਧੀਆ ਸੀਗਾ। ਡਾਕਟਰ ਹਰਪਾਲ ਸਿੰਘ ਜੀ ਹੋਰਾਂ ਦੇ ਨਾਲ ਮਿਲਵਾਉਣ ਦਾ ਤੁਹਾਨੂੰ ਇੱਕੋ ਇੱਕ ਮਕਸਦ ਸੀਗਾ ਕਿ ਚੰਗੀ ਡਾਈਟ ਖਾਓ, ਚੰਗੀ ਐਕਸਰਸਾਈਜ਼ ਕਰੋ ਅਤੇ ਭੇਡ ਚਾਲ ਦਾ ਸ਼ਿਕਾਰ ਨਾ ਹੋਣਾ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਰੱਬ ਤੁਹਾਡੀ ਖੈਰ ਕਰੇ।